ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਇਸ ਵੇਲੇ ਦੇ ਵਿੱਚ ਪੰਜਾਬ ਦੀਆਂ ਤਾਜ਼ਾ ਖਬਰਾਂ। ਸਭ ਤੋਂ ਪਹਿਲਾਂ ਸਿੱਧਾ ਰੁਖ ਸੰਯੁਕਤ ਕਿਸਾਨ ਮੋਰਚੇ ਦੇ ਵੱਲ ਕਰਾਂਗੇ। ਸੰਯੁਕਤ ਕਿਸਾਨ ਮੋਰਚੇ ਨੇ 14 ਅਪ੍ਰੈਲ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ। ਇਸ ਫੈਸਲੇ ਦਾ ਪ੍ਰਭਾਵ ਹਰਿਆਣੇ ਦੀ ਸਿਆਸਤ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਵੇਖਣ ਨੂੰ ਮਿਲੇਗਾ। ਦੱਸਦੇ ਕਿ 14 ਅਪ੍ਰੈਲ ਨੂੰ ਖਾਸ ਤੌਰ ਦੇ ਉੱਤੇ ਬਾਬਾ ਸਾਹਿਬ ਅੰਬੇਦਕਰ ਦਾ ਜਨਮ ਦਿਨ ਮਨਾਇਆ ਜਾਣਾ ਹੈ ਅਤੇ 14 ਅਪ੍ਰੈਲ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਵੀ ਆਪਣੇ ਪੱਧਰ ਦੇ ਉੱਤੇ ਇਸ ਦਿਨ ਨੂੰ ਮਨਾਉਣ ਦਾ ਐਲਾਨ ਕੀਤਾ ਹੈ। ਉਧਰ ਦੂਜੇ ਪਾਸੇ 14 ਤਰੀਕ ਨੂੰ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਬੁੱਤ ਦਾ ਉਦਘਾਟਨ ਕੀਤਾ ਜਾਣਾ ਹੈ, ਜਿਸ ਮੌਕੇ ਦੇ ਉੱਤੇ ਸੰਯੁਕਤ ਕਿਸਾਨ ਮੋਰਚੇ ਨੇ ਵਿਰੋਧ ਦਾ ਵੀ ਐਲਾਨ ਕਰ ਦਿੱਤਾ ਹੈ। ਦੱਸੇ ਕਿ ਜਿਸ ਪਿੰਡ ਦੇ ਵਿੱਚ ਮਨੋਹਰ ਲਾਲ ਖੱਟੜ ਨੇ ਪਹੁੰਚਣਾ ਹੈ ਉਸ ਪਿੰਡ ਦੀ ਕੁੰਡਲੀ ਬਾਰਡਰ ਦੇ ਉੱਤੋਂ ਜਿੱਥੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਹੈ ਉੱਥੋਂ ਤਕਰੀਬਨ 10 ਕਿਲੋਮੀਟਰ ਦੀ ਦੂਰੀ ਹੈ, ਜਿਸ ਦੇ ਚੱਲਦਿਆਂ ਉੱਥੇ ਵੀ ਪ੍ਰਦਰਸ਼ਨ ਹੁਣ ਕਿਸਾਨ ਕਰਨਗੇ। ਇਸ ਮੌਕੇ ਦੇ ਉੱਤੇ ਰਕੇਸ਼ ਟਕੈਤ ਨੇ ਖਾਸ ਤੌਰ ਦੇ ਉੱਤੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਕਿ ਕੁਝ ਰਕੇਸ਼ ਟਕੈਤ ਕਹਿ ਰਹੇ ਨੇ, ਉਹ ਸੁਣਦੇ ਹਾਂ। और ये निर्णय लिया कि 14 तारीख में जो मुख्यमंत्री हरियाणा खट्टर साहब यहाँ पे आ रहे हैं, गांव है बिड़ोली, उसमें यहाँ पर आएंगे तो उसका पूर्ण रूप से विरोध होगा। हमें बाबा साहब की मूर्ति का विरोध नहीं है, उनकी मूर्ति का कोई और अनावरण करे, कोई हमको दिक्कत नहीं है। संयुक्त मोर्चे ने ये निर्णय ले रखा है कि मुख्यमंत्री रूप मुख्यमंत्री का हम हरियाणा में जब तक हमारे यहाँ पे आंदोलन चलेगा हम उसका विरोध करेंगे। और वो यहाँ पे मूर्ति का अनावरण करने नहीं आ रहे, वो यहाँ पे भाईचारे को तोड़ने की एक साजिश इनकी जो बीजेपी की है बड़ी, उसके तहत आ रहे हैं। तो उनकी वो साजिश को कामयाब नहीं होने देंगे। और संयुक्त मोर्चे ने खाप पंचायतों के साथ में निर्णय लिया कि उनकी पंचायत यहाँ पे उनका जो अनावरण करने आएंगे गांव में वो हम नहीं करने देंगे। कोई और अनावरण कर रहे तो हमें कोई ऐतराज नहीं है। ये हमने निर्णय पूर्ण रूप से ले लिया है। जी किस तरह रोका जाएगा? काले झंडे दिखाए जाएंगे या फिर गांव में ही नहीं घुसने दिया जाएगा? हाँ, गांव में ही नहीं घुसने दिया जाएगा, वहीं पे ही जाएंगे, सब लोग जाएंगे वहाँ पे, उनको गांव में नहीं घुसने देंगे। जैसे पहले विरोध हुआ दूसरी जगह, इसी तरह पे यहाँ पे भी विरोध होगा। ਲੱਖੇ ਸਿਧਾਣੇ ਦੇ ਭਰਾ ਦੇ ਨਾਲ ਹੋਈ ਕੁੱਟਮਾਰ ਦਾ ਮਾਮਲਾ ਹੁਣ ਲਗਾਤਾਰ ਪੰਜਾਬ ਦੀ ਸਿਆਸਤ ਦੇ ਵਿੱਚ ਧੂਲ ਫੜਦਾ ਜਾ ਰਿਹਾ ਹੈ। ਦੱਸੇ ਕਿ ਲੱਖੇ ਸਿਧਾਣੇ ਦੇ ਭਰਾ ਦੇ ਵੱਲੋਂ ਇਲਜ਼ਾਮ ਦਿੱਲੀ ਪੁਲਿਸ ਦੇ ਉੱਤੇ ਲਾਏ ਗਏ ਨੇ ਕਿ ਉਹਨਾਂ ਦੇ ਵੱਲੋਂ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਪਰ ਇਸੇ ਕੜੀ ਦੇ ਵਿੱਚ ਹੁਣ ਲੱਖੇ ਸਿਧਾਣੇ ਨੂੰ ਵੱਡੇ ਸਿਆਸੀ ਆਗੂਆਂ ਦਾ ਵੀ ਸਮਰਥਨ ਮਿਲਣਾ ਸ਼ੁਰੂ ਹੋ ਚੁੱਕਿਆ ਹੈ। ਪੰਜਾਬ ਦੀ ਸਿਆਸਤ ਦਾ ਦਿੱਗਜ ਚਿਹਰਾ ਨੇ ਨਵਜੋਤ ਸਿੰਘ ਸਿੱਧੂ, ਜਿਨ੍ਹਾਂ ਦੇ ਵੱਲੋਂ ਟਵੀਟ ਕਰਦਿਆਂ ਇੱਕ ਵਾਰ ਫਿਰ ਤੋਂ ਲੱਖੇ ਸਿਧਾਣੇ ਦੇ ਭਰਾ ਦੇ ਹੱਕ ਦੇ ਵਿੱਚ ਆਵਾਜ਼ ਚੁੱਕੀ ਗਈ ਹੈ। ਨਵਜੋਤ ਸਿੰਘ ਸਿੱਧੂ ਨੇ ਇਸ ਨੂੰ ਸ਼ਰਮਨਾਕ ਕਾਰਾ ਕਰਾਰ ਦੇ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਨੇ ਇਸ ਸਬੰਧ ਵਿੱਚ ਟਵੀਟ ਕਰਦਿਆਂ ਕੀ ਲਿਖਿਆ ਹੈ ਉਹ ਤੁਹਾਨੂੰ ਦੱਸਦੇ ਹਾਂ। ਨਵਜੋਤ ਸਿੰਘ ਸਿੱਧੂ ਨੇ ਟਵੀਟ ਦੇ ਵਿੱਚ ਲਿਖਿਆ ਹੈ ਕਿ ਸ਼ਰਮਨਾਕ ਹੈ ਕਿ ਦਿੱਲੀ ਪੁਲਿਸ ਸਾਡੇ ਪੰਜਾਬ ਦੇ ਅਧਿਕਾਰ ਖੇਤਰ ਦੇ ਵਿੱਚ ਆ ਕੇ ਪੰਜਾਬੀਆਂ ਤੇ ਤਸ਼ੱਦਦ ਕਰ ਰਹੀ ਹੈ। ਇਹ ਪੰਜਾਬ ਸਰਕਾਰ ਦੇ ਅਧਿਕਾਰਾਂ ਦੀ ਵੀ ਉਲੰਘਣਾ ਹੈ। ਆਖਿਰਕਾਰ ਇਹ ਕਿਸ ਦੀ ਸ਼ਹਿ ਦੇ ਉੱਤੇ ਹੋ ਰਿਹਾ ਹੈ? ਸਾਨੂੰ ਮਮਤਾ ਬੈਨਰਜੀ ਤੋਂ ਵੀ ਸਬਕ ਸਿੱਖਣਾ ਚਾਹੀਦਾ, ਜਿਸ ਨੇ ਪੱਛਮੀ ਬੰਗਾਲ ਦੇ ਅਧਿਕਾਰ ਖੇਤਰ ਦੇ ਵਿੱਚ ਘੁਸਪੈਠ ਕਰਨ ਵਾਲੇ ਕਈ ਅਫਸਰਾਂ ਦੇ ਉੱਤੇ ਨਕੇਲ ਕਸੀ ਸੀ। ਇਹ ਨਵਜੋਤ ਸਿੰਘ ਸਿੱਧੂ ਦਾ ਟਵੀਟ ਹੈ, ਜਿਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਲੱਖੇ ਸਿਧਾਣਾ ਵੀ ਹੈਸ਼ਟੈਗ ਦੇ ਵਿੱਚ ਲਿਖਿਆ ਹੈ, ਭਾਵ ਕਿ ਸਿੱਧੇ ਤੌਰ ਤੇ ਉੱਤੇ ਸਾਫ਼ ਕਰ ਦਿੱਤਾ ਗਿਆ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਵੀ ਲੱਖੇ ਸਿਧਾਣੇ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਗਈ ਹੈ। ਉਧਰ ਸੁਖਵੀਰ ਸਿੰਘ ਬਾਦਲ ਨੇ ਵੀ ਇਸ ਕੁੱਟਮਾਰ ਦੀ ਨਿੰਦਾ ਕੀਤੀ ਹੈ। ਸੁਖਵੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਪੰਜਾਬ ਦੇ ਨੌਜਵਾਨਾਂ ਦੇ ਉੱਤੇ ਤਸ਼ੱਦਦ ਜੋ ਕੀਤਾ ਜਾ ਰਿਹਾ ਉਹ ਮੰਦਭਾਗਾ ਹੈ। ਇਸ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਨੇ ਵੀ ਗੱਲਬਾਤ ਕੀਤੀ ਹੈ। ਰਕੇਸ਼ ਟਕੈਤ ਦਾ ਵੀ ਇਸ ਦੇ ਉੱਤੇ ਬਿਆਨ ਤੇ ਨਾਲ ਹੀ ਕਿਸਾਨ ਆਗੂਆਂ ਨੇ ਵੱਖੋ ਵੱਖਰੇ ਆਗੂਆਂ ਨੇ ਇਸ ਦੇ ਉੱਤੇ ਤਿੱਖਣੀ ਟਿੱਪਣੀ ਜਿਹੜੀ ਕੀਤੀ ਹੈ। ਕਿ ਕੁਝ ਕਹਿ ਰਹੇ ਨੇ ਕਿਸਾਨ ਆਗੂ, ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। ਇਹ ਇਕੱਲਾ ਉਹ ਨੌਜਵਾਨ ਮੁੰਡਾ ਗੁਰਦੀਪ ਸਿੰਘ ਸਿਧਾਣਾ, ਜੋ ਕਿ ਲੱਖਾ ਸਿੰਘ ਸਿਧਾਣੇ ਦੇ ਸਕੇ ਚਾਚੇ ਦਾ ਮੁੰਡਾ, ਉਹਦੇ 'ਤੇ ਜਿਹੜਾ ਟਾਰਚ ਕੀਤਾ ਗਿਆ, ਅਣਮਨੁੱਖੀ ਤਸ਼ੱਦਦ ਕੀਤਾ ਗਿਆ, ਇਹ ਇਕੱਲੇ ਮਤਲਬ ਗੈਰ ਕਾਨੂੰਨੀ ਵੀ ਹੈ ਅਤੇ ਜਿਹੜਾ ਮਨੁੱਖੀ ਅਧਿਕਾਰ ਹੈ ਕਿਸੇ ਵੀ ਬੰਦੇ ਦੇ ਜਾਂ ਉਹਦੇ ਜਿਹੜੇ ਜਮਹੂਰੀ ਅਧਿਕਾਰ ਹੈ ਉਹਨਾਂ ਦੀ ਵਿਲੰਘਣਾ ਹੈਗੀ ਹੈ। ਇਹ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਉਸੇ ਦਿਨ ਹੀ ਸਾਨੂੰ 9 ਤਰੀਕ ਨੂੰ ਇਸ ਗੱਲ ਦਾ ਪਤਾ ਲੱਗਿਆ, ਜਦੋਂ ਉਹ ਮਾਰਚ ਦੇ ਵਿੱਚ ਅਸੀਂ ਆ ਰਹੇ ਸੀਗੇ ਮਸਤੋਆਣੇ ਤੋਂ। ਉਸ ਮੌਕੇ ਅਸੀਂ ਇਹਦੀ ਨਿਖੇਧੀ ਵੀ ਕੀਤੀ, ਸੋਸ਼ਲ ਮੀਡੀਆ ਰਾਹੀਂ ਵੀ ਨਿਖੇਧੀ ਕੀਤੀ। ਇਹਨਾਂ ਦੇ ਕੁਛ ਅਧਿਕਾਰੀਆਂ ਨੂੰ ਫੋਨ ਕਰਕੇ ਵੀ ਵਾਰਨਿੰਗ ਦਿੱਤੀ ਵੀ ਤੁਸੀਂ ਉਹਦਾ ਫੌਰੀ ਤੁਸੀਂ ਦੱਸੋ, ਇਹ ਪੰਜਾਬ ਪੁਲਿਸ ਦੀ ਡਿਊਟੀ ਬਣਦੀ ਹੈ ਅਤੇ ਵੀ ਉਹ ਕਿਉਂ ਚੱਕਿਆ ਗਿਆ, ਕਿਹੜੇ ਕੇਸ ਚੱਕਿਆ ਗਿਆ, ਕਿੱਥੇ ਕੀਤਾ ਗਿਆ। ਪਰ ਉਹਨਾਂ ਨੇ ਉਸ ਤੋਂ ਬਾਅਦ ਭਾਵੇਂ ਉਹਨੂੰ ਛੱਡਤਾ
ਪਰ ਇਸ ਗੱਲ ਤੇ ਵੀ ਜਿਹੜੇ ਉਹਦੇ ਤੇ ਟਾਰਚਰ ਕੀਤਾ ਗਿਆ, ਇਹ ਇੱਕ ਇਹਦੇ ਵਿਰੁੱਧ ਕਾਰਵਾਈ ਕੀਤੀ ਜਾਵੇ। ਇਹਦੇ ਬਾਰੇ ਹਜੇ ਸਰਕਾਰ ਦਾ ਕੁਛ ਨਹੀਂ। ਅਸੀਂ ਸਮਝਦੇ ਹਾਂ ਵੀ ਇਹਦੇ ਵਿੱਚ ਦਿੱਲੀ ਪੁਲਿਸ ਨੂੰ ਜਿਹੜੀ ਇਜਾਜ਼ਤ ਦਿੱਤੀ ਹੈ ਇਹਦੇ ਵਿੱਚ ਪੰਜਾਬ 'ਚੋਂ ਚੱਕਣ ਦੀ, ਤੇ ਉਸ ਤੋਂ ਬਾਅਦ ਉਹਦਾ ਕੋਈ ਨੋਟਿਸ ਨਹੀਂ ਲਿਆ, ਕੋਈ ਸੰਗਿਆਨ ਨਹੀਂ ਲਿਆ ਗਿਆ। ਇਹਦੇ ਵਿੱਚ ਸਿੱਧੇ ਤੌਰ ਤੇ ਪੰਜਾਬ ਦਾ ਜੋ ਮੁੱਖ ਮੰਤਰੀ ਹੈ ਕੈਪਟਨ ਅਮਰਿੰਦਰ ਸਿੰਘ, ਜੋ ਪੁਲਿਸ ਦਾ ਮੁਖੀ ਹੈ ਪੰਜਾਬ ਪੁਲਿਸ ਦਾ, ਡੀਜੀਪੀ ਪੰਜਾਬ, ਉਹ ਤੇ ਤੀਜੇ ਨੰਬਰ ਤੇ ਜਿਹੜੇ ਜ਼ਿਲ੍ਹੇ 'ਚ ਚੱਕਿਆ ਗਿਆ ਉਹ ਜ਼ਿਲ੍ਹੇ ਦਾ ਜਿਹੜਾ ਪੁਲਿਸ ਮੁਖੀ ਹੈ ਐਸਐਸਪੀ ਪਟਿਆਲਾ, ਤਿੰਨੇ ਤੌਰ ਤੇ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ। ਅਸੀਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਸਟੇਜ ਤੇ ਵੀ ਬੋਲ ਕੇ ਆਏ ਹਾਂ, ਤੇ ਇਦੋਂ ਬਿਨਾਂ ਪ੍ਰੈਸ ਨੂੰ ਵੀ ਇਸ ਆਈਟੀ ਸੈੱਲ ਜਿਹੜਾ ਆਪਣਾ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਆਈਟੀ ਸੈੱਲ ਆ ਉਹਦੇ ਮਾਧਿਅਮ ਰਾਹੀਂ ਵੀ ਅਸੀਂ ਇਹ ਵਾਰਨਿੰਗ ਦਿੰਦੇ ਹਾਂ ਉਹਨਾਂ ਨੂੰ ਬਈ ਉਹ ਜਿਹੜਾ ਪੰਜਾਬ ਸਰਕਾਰ ਹੈ ਇਹਦਾ ਫੌਰੀ ਨੋਟਿਸ ਲਵੇ। ਜਿਹੜੇ ਵੀ ਇਸ ਅਣਮਨੁੱਖੀ ਤਸ਼ੱਦਦ ਕਰਨ 'ਚ ਜਾਂ ਗੈਰ ਕਾਨੂੰਨੀ ਢੰਗ ਨਾਲ ਚੱਕਣ ਦੇ ਵਿੱਚ ਪੁਲਿਸ ਅਧਿਕਾਰੀ ਜਾਂ ਪੁਲਿਸ ਮੁਲਾਜ਼ਮ ਜਿਹੜੇ ਸ਼ਾਮਲ ਹੈ ਉਹਨਾਂ ਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜੇ ਇਹਨਾਂ ਨੇ ਫੌਰੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਤਾਂ ਸਾਨੂੰ ਇਸ ਪੰਜਾਬ ਸਰਕਾਰ ਦੇ ਖਿਲਾਫ ਇਸ ਇਸ਼ੂ ਨੂੰ ਲੈ ਕੇ ਕੋਈ ਜਿਹੜਾ ਅਗਲਾ ਸਖਤ ਐਕਸ਼ਨ ਉਲੀਕਣ ਲਈ ਸਾਨੂੰ ਮਜਬੂਰ ਹੋਣਾ ਪਊਗਾ। ਉਧਰ ਬਹਿਬਲ ਕਲਾਂ ਕੋਟਕਪੂਰਾ ਗੋਲੀकांड ਦੇ ਉੱਤੇ ਬਣਾਈ ਗਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੀ ਰਿਪੋਰਟ ਹਾਈਕੋਰਟ ਦੇ ਵਿੱਚੋਂ ਖਾਰਜ ਹੋਣ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਸਿਆਸਤ ਦੀ ਐਂਟਰੀ ਹੋਈ ਹੈ। ਇਸ ਮਾਮਲੇ ਦੇ ਵਿੱਚ ਹੁਣ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਐਡਵੋਕੇਟ ਜਨਰਲ ਦੀ ਕਾਰਗੁਜ਼ਾਰੀ ਦੇ ਉੱਤੇ ਵਿਰੋਧੀਆਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ। ਭਗਵੰਤ ਮਾਨ ਜੋ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਨੇ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਨੇ, ਉਹਨਾਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਦਰਮਿਆਨ ਪੰਜਾਬ ਦੇ ਐਡਵੋਕੇਟ ਜਨਰਲ ਦੇ ਸਮੇਤ ਪੰਜਾਬ ਸਰਕਾਰ ਦੀ ਨੀਅਤ ਦੇ ਉੱਤੇ ਹੀ ਸਵਾਲ ਚੁੱਕ ਦਿੱਤੇ ਗਏ ਨੇ। ਉਹਨਾਂ ਨੇ ਹੁਣ ਅਗਲੇ ਫੈਸਲਿਆਂ ਦੇ ਲਈ ਅਪੀਲ ਕੀਤੀ ਹੈ ਕਿ ਜੋ ਫੈਸਲਾ ਸਿੰਗਲ ਬੈਂਚ ਨੇ ਲਿਆ ਹੈ ਉਸ ਨੂੰ ਡਬਲ ਬੈਂਚ ਦੇ ਕੋਲ ਲਿਜਾਇਆ ਜਾਏ, ਇਸ ਦੀ ਬਜਾਏ ਕਿ ਉਸ ਨੂੰ ਸੁਪਰੀਮ ਕੋਰਟ ਦੇ ਵਿੱਚ ਖਿੱਚਿਆ ਜਾਏ। ਇਸ ਫੈਸਲੇ ਦੇ ਉੱਤੇ ਉਹਨਾਂ ਦਾ ਕਹਿਣਾ ਸੀ ਕਿ ਅਜਿਹਾ ਕੁਝ ਨਹੀਂ ਸੀ ਹੋਣਾ ਚਾਹੀਦਾ ਜੇ ਸਹੀ ਕਾਰਗੁਜ਼ਾਰੀ ਵਕੀਲਾਂ ਦੇ ਵੱਲੋਂ ਕੀਤੀ ਜਾਂਦੀ। ਪਿਛਲੇ ਦਿਨੀ ਜਿਹੜਾ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀकांड ਦੀ ਜਿਹੜੀ ਐਸਆਈਟੀ ਬਣਾਈ ਗਈ ਸੀ ਕੁਮਰ ਵਿਜੇ ਪ੍ਰਤਾਪ ਜੀ ਦੀ ਅਗਵਾਈ 'ਚ, ਉਹਦੀ ਰਿਪੋਰਟ ਨੂੰ ਹਾਈ ਕੋਰਟ ਨੇ ਖਾਰਜ ਕਰਤਾ ਤੇ ਨਵੀਂ ਐਸਆਈਟੀ ਬਣਾਉਣ ਦੇ ਆਰਡਰ ਦੇ ਦਿੱਤੇ। ਅਸਲ ਦੇ ਵਿੱਚ ਹਾਈ ਕੋਰਟ ਦਾ ਫੈਸਲਾ ਘੱਟ ਹੈ। ਇਹ ਕੈਪਟਨ ਤੇ ਬਾਦਲਾਂ ਦੀ ਆਪਸੀ ਗੰਢ ਧੁੱਪ ਦਾ ਫੈਸਲਾ ਜ਼ਿਆਦਾ ਹੈ, ਕਿਉਂਕਿ ਇਸ ਕੇਸ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਰਿਪਰੈਜ਼ੈਂਟ ਕਰਨ ਲਈ ਜਿਹੜੇ ਵਕੀਲ ਸੀਗੇ, ਅਤੁਲ ਨੰਦਾ ਜਿਹੜੇ ਕਿ ਏਜੀ ਨੇ ਸਾਡੇ, ਉਹਨਾਂ ਨੇ ਜਿਹੜੇ ਵਕੀਲ ਉੱਥੇ ਭੇਜੇ ਉਹ ਜਾਣ ਬੁੱਝ ਕੇ ਇੰਨਾ ਕਮਜ਼ੋਰ ਕੇਸ ਕੀਤਾ ਉਹਨਾਂ ਨੇ ਕਿ ਹਾਈ ਕੋਰਟ ਨੂੰ ਇਹ ਫੈਸਲਾ ਦੇਣਾ ਪਿਆ। ਲੋਕਾਂ ਨੂੰ ਤਾਂ ਪਹਿਲਾਂ ਹੀ ਪਤਾ ਸੀ, ਅਸੀਂ ਪਿੰਡਾਂ ਜਾਂਦੇ ਹਾਂ ਜਦੋਂ ਤਾਂ ਲੋਕ ਤਾਂ ਕਹਿੰਦੇ ਨੇ ਕਿ ਇਹਨਾਂ ਤੋਂ ਕੀ ਉਮੀਦ ਕਰ ਸਕਦੇ ਹਾਂ ਜੀ। ਤੁਸੀਂ ਕੋਈ ਇਨਸੀਡੈਂਟ ਦੇਖੋ, ਸੰਯੋਗ ਦੇਖੋ ਕਿ ਪ੍ਰਕਾਸ਼ ਸਿੰਘ ਬਾਦਲ 2016 ਦੇ ਲਗਭਗ ਇਹਨਾਂ ਦਿਨਾਂ ਦੇ ਵਿੱਚ ਹੀ ਆਪਣੀ ਸਰਕਾਰ ਦੇ ਜਾਂਦੇ ਜਾਂਦੇ ਕੈਪਟਨ ਸਾਹਿਬ ਤੋਂ ਸਾਰੇ ਕੇਸ ਉਹਨਾਂ ਨੇ ਵਾਪਸ ਲੈ ਲਏ ਸੀ, ਜਿਹੜੇ ਕੈਪਟਨ ਸਾਹਿਬ ਦੇ ਕੇਸ ਚੱਲਦੇ ਸੀ, ਤੇ ਉਹਦਾ ਵਿਆਜ ਸਮੇਤ ਭੁਗਤਾਨ ਹੁਣ ਕੈਪਟਨ ਸਾਹਿਬ ਕਰ ਰਹੇ ਨੇ ਕਿ ਸਰਕਾਰ ਉਹਨਾਂ ਦੀ ਵੀ ਜਾ ਰਹੀ ਹੈ। ਹੁਣ 2022 ਸਰਕਾਰ ਨਹੀਂ ਆ ਰਹੀ, ਜਾਂਦੇ ਜਾਂਦੇ ਉਹ ਬਾਦਲਾਂ ਦੇ ਖਿਲਾਫ ਜਿਹੜੇ ਨੇ ਉਹ ਕੇਸ ਵਾਪਸ ਲੈ ਰਹੇ ਨੇ। ਫਰਕ ਇੰਨਾ ਕਿ ਕੈਪਟਨ ਸਾਹਿਬ ਦੇ ਖਿਲਾਫ ਜਿਹੜੇ ਕੇਸ ਸੀ ਉਹਨਾਂ ਦੇ ਵਿੱਚ ਗਵਾਹ ਮੁੱਕਰੇ ਸੀ ਤੇ ਬਾਦਲਾਂ ਦੇ ਖਿਲਾਫ ਜਿਹੜੇ ਕੇਸ ਨੇ ਇਹਦੇ 'ਚ ਵਕੀਲ ਮੁੱਕਰੇ ਨੇ। ਪੰਜਾਬ ਸਰਕਾਰ ਨੇ ਇਹ ਕੇਸ ਪੁੱਟ ਅਪ ਕੀਤਾ ਹੀ ਨਹੀਂ ਚੰਗੀ ਤਰ੍ਹਾਂ। ਨਹੀਂ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਸੀ ਕਿ ਕੁਮਰ ਵਿਜੇ ਪ੍ਰਤਾਪ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਇਹਦੀ ਜਿਹੜੀ ਜਾਂਚ ਕੀਤੀ ਸੀ, ਤੇ ਕਿਉਂਕਿ ਬਾਦਲਾਂ ਦੇ ਟੱਬਰ ਦਾ ਨਾਂ ਆਉਂਦਾ ਸੀਗਾ, ਇਸ ਕਰਕੇ ਫਿਰ ਇਹ ਮਿਲੀ ਭੁਗਤ ਕਰਕੇ ਹਾਈ ਕੋਰਟ ਦੇ ਥਰੂ ਇਸ ਕੇਸ ਨੂੰ ਖਾਰਜ ਕਰਾਇਆ ਗਿਆ। ਉਧਰ ਪੂਰੇ ਵਿਸ਼ਵ ਦੇ ਵਿੱਚ ਕਰੋਨਾ ਮਹਾਮਾਰੀ ਦੀ ਅਗਲੀ ਵੇਗ ਲਗਾਤਾਰ ਵਧਦੀ ਜਾ ਰਹੀ ਹੈ। ਇਸ ਮਾਮਲੇ ਦੇ ਵਿੱਚ ਹੁਣ ਸਾਰੇ ਹੀ ਦੇਸ਼ਾਂ ਦੀਆਂ ਅਤੇ ਸੂਬਾ ਸਰਕਾਰਾਂ ਦੇ ਵੱਲੋਂ ਵੱਖੋ ਵੱਖਰੇ ਇhtiyਾਤ ਵਰਤੇ ਜਾ ਰਹੇ ਨੇ। ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਸਖਤੀ ਕੀਤੀ ਜਾ ਰਹੀ ਹੈ, ਉਧਰ ਦਿੱਲੀ ਸਰਕਾਰ ਦੇ ਵੱਲੋਂ ਵੀ ਨਵੀਆਂ ਸਖਤੀਆਂ ਦਾ ਐਲਾਨ ਕੀਤਾ ਗਿਆ।
ਪਹਿਲਾਂ ਪੰਜਾਬ ਦੇ ਹਾਲਾਤਾਂ ਨੂੰ ਜਾਣਦੇ ਹਾਂ ਤੇ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੀ ਜ਼ੁਬਾਨੀ ਸੁਣਦੇ ਹਾਂ ਕਿ ਆਖਰਕਾਰ ਪੰਜਾਬ ਦੇ ਮੌਜੂਦਾ ਕਰੋਨਾ ਦੇ ਹਾਲਾਤ ਕੀ ਨੇ ਅਤੇ ਕਿਹੋ ਜਿਹੀਆਂ ਸਖਤੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ 'ਚ ਵੇਖਣ ਨੂੰ ਮਿਲ ਸਕਦੀਆਂ ਨੇ। देखो ਤੁਹਾਡੇ ਸਾਹਮਣੇ ਕਿ ਸਰਕਾਰ ਵੱਲੋਂ ਤਾਂ ਹਰ ਹਰਬਾ ਵਰਤਿਆ ਜਾ ਰਿਹਾ ਹੈ। ਹਰ ਤਰੀਕੇ ਨਾਲ ਤੁਹਾਡੀ ਲੋਕਾਂ ਦੀ ਸੇਵਾ ਕਰਨ ਵਾਸਤੇ ਸਰਕਾਰ 24 ਆਵਰ ਤੁਹਾਡੀ ਡਿਸਪੋਜ਼ਲ ਤੇ ਹੈਗੀ ਹੈ ਜੀ। ਬਾਕੀ ਗੱਲ ਲੋਕਾਂ 'ਚ ਅਵੇਅਰਨੈਸ ਦੀ ਹੈਗੀ ਹੈ ਕਿ ਸਾਡੇ ਥੋੜੇ ਲੋਕਾਂ ਨੂੰ ਰਿਊਮਰ ਫੈਲਾ ਕੇ ਕਿ ਜਿਹੜਾ ਟੀਕੇ ਦਾ ਨੁਕਸਾਨ ਬੜੇ ਨੇ ਜਾਂ ਸਾਈਡ ਇਫੈਕਟ ਨੇ, ਕੋਈ ਸਾਈਡ ਇਫੈਕਟ ਨਹੀਂ, ਕੁਛ ਨਹੀਂ। ਮੈਂ ਖੁਦ ਲਵਾਇਆ, ਸਾਰੇ ਪਰਿਵਾਰ ਨੇ ਲਵਾਏ ਨੇ ਤੇ ਈਵਨ ਮੇਰੇ ਜਿਹੜਾ ਸਾਰਾ ਸਟਾਫ ਹੈ। ਤੇ ਇਹ ਇੱਕ ਬਹੁਤ ਹੀ ਕਾਰਗਰ ਮੈਡੀਸਨ ਹੈਗੀ ਹੈ ਕਿ ਦੇਖੋ ਪ੍ਰੀਕਾਸ਼ਨ ਸਾਨੂੰ ਲੈਣਾ ਪੈਣਾ, ਲੇਕਿਨ ਸਾਡੇ ਐਂਟੀਬਾਡੀ ਨੂੰ ਸਟਰੋਂਗ ਕਰਨ, ਇਮਿਊਨਿਟੀ ਨੂੰ ਬੂਸਟ ਕਰਨ ਵਾਸਤੇ ਬਹੁਤ ਬਿਹਤਰ ਮੈਡੀਸਨ ਹੈ। ਉਧਰ ਦਿੱਲੀ ਦੇ ਵਿੱਚ ਵੀ ਕਰੋਨਾ ਮਹਾਮਾਰੀ ਦੀ ਲਗਾਤਾਰ ਮਾਰ ਹੁਣ ਵਧਦੀ ਜਾ ਰਹੀ ਹੈ। ਇਸ ਦੇ ਉੱਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਖੁਦ ਲਾਈਵ ਹੋ ਕੇ ਮੀਡੀਆ ਤੇ ਆਮ ਲੋਕਾਂ ਦੇ ਨਾਲ ਗੱਲਬਾਤ ਸਾਂਝੀ ਕੀਤੀ ਹੈ। ਖਾਸ ਤੌਰ ਦੇ ਉੱਤੇ ਨਵੀਆਂ ਸਖਤੀਆਂ ਦੇ ਐਲਾਨ ਜਿਹੜਾ ਅਰਵਿੰਦ ਕੇਜਰੀਵਾਲ ਦੇ ਵੱਲੋਂ ਕੀਤੇ ਗਏ ਨੇ। ਦੱਸਦੇ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਕਰੋਨਾ ਸੰਕਟ ਨੂੰ ਨਿਪਟਣ ਦੇ ਲਈ ਆਮ ਜਨਤਾ ਦੇ ਸਹਿਯੋਗ ਦੀ ਜਿਹੜੀ ਅਪੀਲ ਕੀਤੀ ਹੈ। ਦੱਸਦੀ ਹੈ ਕਿ ਜੋ ਪਾਬੰਦੀਆਂ ਖਾਸ ਤੌਰ ਦੇ ਉੱਤੇ ਲਗਾਈਆਂ ਜਾ ਰਹੀਆਂ ਨੇ ਉਸ ਦੇ ਵਿੱਚ ਹੈ ਕਿ ਦਿੱਲੀ ਮੈਟਰੋ, DTC ਅਤੇ ਕਲਸਟਰ ਬੱਸਾਂ ਦੇ ਵਿੱਚ 50% ਸਮਰੱਥਾ ਨਾਲ ਹੀ ਚਲਾਉਣ ਦੀ ਜਿਹੜੀ ਇਜਾਜ਼ਤ ਦਿੱਤੀ ਜਾਏਗੀ। ਇਸ ਤੋਂ ਇਲਾਵਾ ਵਿਆਹਾਂ ਦੇ ਵਿੱਚ 50 ਮਹਿਮਾਨ ਹੀ ਸ਼ਾਮਿਲ ਹੋ ਸਕਣਗੇ। ਦਿੱਲੀ ਸਰਕਾਰ ਨੇ ਕੋਵਿਡ ਮਾਮਲਿਆਂ ਦੇ ਵਿੱਚ ਵਾਧੇ ਦੇ ਮੱਦੇਨਜ਼ਰ ਸਭ ਤਰ੍ਹਾਂ ਦੀਆਂ ਸਮਾਜਿਕ, ਖੇਡ, ਮਨੋਰੰਜਨ, ਸੱਭਿਆਚਾਰਕ, ਧਾਰਮਿਕ ਸਭਾਵਾਂ ਦੇ ਉੱਤੇ ਰੋਕ ਲਾ ਦਿੱਤੀ ਹੈ। ਦਿੱਲੀ ਦੇ ਸਾਰੇ ਕਾਲਜਾਂ 'ਚ ਕੋਚਿੰਗ ਸੰਸਥਾਨ ਜਿਹੜੇ ਨੇ ਉਹ ਬੰਦ ਕਰ ਦਿੱਤੇ ਗਏ ਨੇ। ਦਿੱਲੀ ਦੇ ਬਾਕੀ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ ਵੀ 30 ਅਪ੍ਰੈਲ ਤੱਕ ਦੇ ਲਈ ਬੰਦ ਰਹਿਣਗੇ। ਮਹਾਰਾਸ਼ਟਰ ਤੋਂ ਹਵਾਈ ਜਹਾਜ਼ ਰਾਹੀਂ ਦਿੱਲੀ ਆਉਣ ਵਾਲੇ ਯਾਤਰੀਆਂ ਲਈ 72 ਘੰਟੇ ਦੇ ਅੰਦਰ RT-PCR ਨੈਗੇਟਿਵ ਰਿਪੋਰਟ ਪੇਸ਼ ਕਰਨੀ ਜ਼ਰੂਰੀ ਹੋਵੇਗੀ। ਨੈਗੇਟਿਵ ਰਿਪੋਰਟ ਨਾ ਹੋਣ ਦੇ ਉੱਤੇ 14 ਦਿਨਾਂ ਦੇ ਲਈ ਕੁਆਰੰਟਾਈਨ ਦੇ ਵਿੱਚ ਜਿਹੜਾ ਰੱਖਿਆ ਜਾਏਗਾ। ਦਿੱਲੀ ਦੇ ਵਿੱਚ ਰੈਸਟੋਰੈਂਟਾਂ, ਬਾਰਾਂ ਨੂੰ 50% ਸਮਰੱਥਾ ਨਾਲ ਕੰਮ ਕਰਨ ਦੀ ਇਜਾਜ਼ਤ ਰਹੇਗੀ। ਅੰਤਿਮ ਸੰਸਕਾਰਾਂ ਦੇ ਵਿੱਚ ਸਿਰਫ 20 ਵਿਅਕਤੀ ਅਤੇ ਵਿਆਹ ਸਮਾਗਮਾਂ ਦੇ ਵਿੱਚ ਸਿਰਫ 50 ਵਿਅਕਤੀ ਹੀ ਸ਼ਾਮਿਲ ਹੋ ਸਕਣਗੇ। ਦਿੱਲੀ ਦੇ ਮੁੱਖ ਮੰਤਰੀ ਨੇ ਖਾਸ ਨਵੇਂ ਐਲਾਨ ਜੋ ਕੀਤੇ ਨੇ। ਹੋਰ ਕੀ ਕੁਝ ਕਹਿ ਰਹੇ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ केजरीवाल, सुनते हैं। दिल्ली में भी पिछले कुछ दिनों से, पिछले 10 से 15 दिन में इतनी तेज़ी से कोरोना बढ़ा है। दिल्ली में ये चौथी वेव है। इसके पहले 3 वेव्स दिल्ली के अंदर आ चुकी है और हम सब दिल्ली वासियों ने मिलके उसका बड़े अच्छे से मुकाबला किया और वो ठीक हो गया। अब ये चौथी वेव आई है जो बेहद ख़तरनाक है, बहुत तेज़ी से बढ़ रहा है। इतना तेज़ी से बढ़ रहा है कि बहुत सारे लोगों की समझ के बाहर है। जैसे कुछ दिन पहले तक, मिड मार्च तक लगभग 200 से भी कम केस प्रतिदिन आने चालू हो गए थे, इतना कम हो गया था। और कल के 24 घंटे की जो रिपोर्ट अभी थोड़ी देर में आज शाम तक पब्लिश होगी, दिल्ली में 10,732 केस पिछले 24 घंटे में आए हैं। इसके ऊपर स्थिति बेहद चिंताजनक है, इसमें कोई दो राय नहीं है। लेकिन आपकी सरकार पूरी तरह से स्थिति पे नज़र रखे हुए, मैं स्वयं इसके ऊपर नज़र रखे हुए हूँ और जो भी करने की ज़रूरत है हम वो सब कर रहे हैं। तो अभी फ़िलहाल ज़्यादा से ज़्यादा कोशिश करें कि घर पे ही रहें, घर से बाहर तभी निकलें जब बहुत ज़रूरी हो। हम लॉकडाउन नहीं लगाना चाहते, लेकिन कल सरकार को मजबूरीवश कुछ रिस्ट्रिक्शंस के ऑर्डर किए गए हैं। जैसे बसों में अब 50% लोग बैठ सकेंगे, मेट्रो में 50% की ऑक्यूपेंसी हो सकती है, बार्स, रेस्टोरेंट्स के अंदर 50% की ऑक्यूपेंसी, इस तरह से कुछ कई सारे रिस्ट्रिक्शंस कल लगाए गए हैं। आप ही के लिए लगाए गए हैं, आप ही की सेहत के लिए, आपकी सुरक्षा के लिए लगाए गए हैं। आपसे अपील है कि उनको सबको अच्छे से फॉलो करें। उधर श्रोमणी अकाली दल के आगू दलजीत सिंह चीमा के ਵੱਲੋਂ भी पार्टी वर्करां दे नाल बैठक की गई है। इस बैठक ਦੇ ਵਿੱਚ ਉਹਨਾਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਸਵਾਲ ਚੁੱਕੇ ਨੇ ਤੇ ਨਾਲ ਹੀ ਉਹਨਾਂ ਨੇ ਪਾਰਟੀ ਦੇ ਅੰਦਰੂਨੀ ਮਾਮਲਿਆਂ ਦੇ ਉੱਤੇ ਵੀ ਚਰਚਾ ਕੀਤੀ ਹੈ। ਅਸੀਂ ਕੱਲ੍ਹ ਵੀ ਚੰਡੀਗੜ੍ਹ ਪ੍ਰੈਸ ਕਾਨਫਰੰਸ ਦੇ ਵਿੱਚ ਗੱਲ ਕੀਤੀ ਸੀ ਕਿ ਪੰਜਾਬ ਦੀ ਕਾਂਗਰਸ ਦੀ ਸਰਕਾਰ ਦਿੱਲੀ ਦੀ ਸਰਕਾਰ ਦੇ ਨਾਲ ਮਿਲੀ ਹੋਈ ਹੈ। ਇਹ ਬਾਹਰੋਂ ਡਰਾਮਾ ਕੁਝ ਹੋਰ ਕਰਦੇ ਆ, ਅੰਦਰ ਖਾਤੇ ਦਿੱਲੀ ਜਾ ਕੇ ਹਰ ਗੱਲ ਦੇ ਉੱਤੇ ਸਹਿਮਤੀ ਦੇ ਰਹੇ। ਇਹ ਜਿਹੜੀ ਪਹਿਲਾਂ ਡਾਇਰੈਕਟ ਪੇਮੈਂਟ ਦੀ ਗੱਲ ਸੀ, ਜ਼ਮੀਨਾਂ ਦੇ ਰਿਕਾਰਡ ਆਨਲਾਈਨ ਕਰਨ ਦੀ ਗੱਲ ਸੀ, ਇਹ ਪਿਛਲੇ ਸਾਲਾਂ ਤੋਂ ਗੱਲ ਚੱਲੀ ਆ ਰਹੀ ਹੈ। ਇਹਨਾਂ ਨੇ ਗੁਪਤ ਰੱਖੀ ਸੀ, ਸਹਿਮਤੀ ਦਿੱਤੀ ਸੀ।
ਔਰ ਹੁਣ ਅਖੀਰ ਦੇ ਉੱਤੇ ਆ ਕੇ ਜ਼ਿਮੀਂਦਾਰਾਂ ਨੂੰ ਖੁਸ਼ ਕਰਨ ਵਾਸਤੇ ਕਹਿ ਦਿੰਦੇ ਆ ਕਿ ਅਸੀਂ ਕੇਂਦਰ ਦੇ ਨਾਲ ਲੜਾਈ ਲੜ ਰਹੇ ਹਾਂ। ਅੰਦਰ ਜਾ ਕੇ ਉੱਥੇ ਸਹਿਮਤੀ ਦੇ ਕੇ ਆ ਗਏ ਆ ਤੇ ਹੁਣ ਆ ਕੇ ਸਾਰਾ ਕੁਝ ਉੱਥੇ ਪੁਰਾਣੀ ਸਥਿਤੀ ਫਿਰ ਜੋ ਵੀ ਤੋਂ ਬਹਾਲ ਹੋ। ਇਹਦੇ ਨਾਲ ਪੇਮੈਂਟ ਵਾਸਤੇ ਲੋਕਾਂ ਦੀ ਬਹੁਤ ਵੱਡੀ ਖੱਜਲ ਖਰਾਬੀ ਜਿਹੜੀਆਂ ਜ਼ਮੀਨਾਂ ਹਿੱਸੇ ਠੇਕੇ 'ਤੇ ਵਾਹੀਆਂ ਜਾਂਦੀਆਂ ਉਹਨਾਂ ਦੀ, ਜਿਨ੍ਹਾਂ ਜ਼ਮੀਨਾਂ ਦੇ ਤਬਾਦਲੇ ਹੋਏ ਪਏ ਆ ਉਹਨਾਂ ਦੀ, ਜਿਨ੍ਹਾਂ ਦੀ ਤਕਸੀਮ ਨਹੀਂ ਹੋਈ ਜ਼ਮੀਨਾਂ ਦੀ ਮਾਲਕੀ ਕਿਸੇ ਹੋਰ ਦੇ ਨਾਮ ਦੇ ਉਹਨਾਂ ਸਾਰੇ ਲੋਕਾਂ ਦੀ ਬੜੀ ਵੱਡੀ ਖੱਜਲ ਖਰਾਬੀ ਹੋਏਗੀ ਔਰ ਪ੍ਰੋਕਿਉਰਮੈਂਟ ਵੀ ਇਹਦੇ ਨਾਲ ਡੈਫੀਨਿਟਲੀ ਜਿਹੜੀ ਹੈ ਅਫੈਕਟਡ ਔਰ ਆਰਥਿਕ ਵਰਗ ਦੇ ਨਾਲ ਵੀ ਧੱਕਾ ਕੀਤਾ ਜਾ ਰਿਹਾ ਹੈ। ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਖਾਸ ਤੌਰ ਤੇ ਉੱਤੇ ਕਰੋਨਾ ਮਹਾਮਾਰੀ ਤੇ ਟੀਕਾਕਰਨ ਦੀ ਮੁਹਿੰਮ ਦੇ ਵਿੱਚ ਆਪਣਾ ਯੋਗਦਾਨ ਪਾਇਆ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਫ੍ਰੀ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਉੱਤੇ ਬੀਬੀ ਜਗੀਰ ਕੌਰ ਦਾ ਕਹਿਣਾ ਸੀ ਕਿ ਹਰ ਇੱਕ ਨੂੰ ਜ਼ਰੂਰੀ ਹੈ ਕਿ ਉਹ ਵੈਕਸੀਨੇਸ਼ਨ ਜ਼ਰੂਰ ਕਰਵਾਉਣ ਤਾਂ ਜੋ ਇਸ ਮਹਾਮਾਰੀ ਦੇ ਅਗਲੇ ਵੇਗਾਂ ਤੋਂ ਬਚਿਆ ਜਾ ਸਕੇ। ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਅੱਜ ਜਿਹੜਾ ਕੋਵਿਡ-19 ਦਾ ਸਮਾਂ ਬਹੁਤ ਜ਼ੋਰ ਦੇ ਦੌਰ ਵਿੱਚ ਹੈ। ਬਹੁਤ ਸਾਰੇ ਜਿਹੜੇ ਇਹਦੇ ਨਾਲ ਮਰੀਜ਼ ਪਾਏ ਜਾ ਰਹੇ ਆ। ਜਿੱਥੇ ਅਸੀਂ ਕਰੋਨਾ ਦੇ ਟੈਸਟ ਕਰਦੇ ਹਾਂ ਉੱਥੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਹਸਪਤਾਲ ਦੇ ਵਿੱਚ ਵੈਕਸੀਨ ਦੇ ਇੰਜੈਕਸ਼ਨ ਜਿਹੜੇ ਹੈ ਉਹ ਫ੍ਰੀ ਲਾਏ ਜਾ ਰਹੇ ਆ। ਮੈਂ ਸਾਰੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਾਂਗੀ ਕਿ ਅਸੀਂ ਸਾਰਿਆਂ ਨੇ, ਜਿਸ ਤਰ੍ਹਾਂ ਸਾਡੇ ਸਾਰੇ ਤਕਰੀਬਨ 45 ਸਾਲ ਤੋਂ ਉੱਪਰ ਦੇ ਮੁਲਾਜ਼ਮ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬਾਨ, ਬਾਕੀ ਸਾਰੇ ਸਿੰਘ ਸਾਹਿਬਾਨਾਂ ਨੇ ਤੇ ਮੈਂ ਆਪ ਵੀ ਤੁਹਾਡੀ ਸੇਵਾਦਾਰ ਹੋਣ ਦੇ ਨਾਤੇ ਵੈਕਸੀਨੇਸ਼ਨ ਕਰਾਈ ਹੈ। ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਸਾਰੀ ਸੰਗਤ ਇਸ ਕੋਵਿਡ-19 ਤੋਂ ਬਚਣ ਦੀ ਖਾਤਰ ਸਾਰੇ ਇਹ ਪੱਕਾ ਮਨ ਬਣਾ ਲਓ ਕਿ ਅਸੀਂ ਵੈਕਸੀਨੇਸ਼ਨ ਨੂੰ ਲਗਵਾਉਣਾ ਹੈ ਔਰ ਆਪਣੀ ਹਿਫਾਜ਼ਤ ਕਰਨੀ ਹੈ, ਕਿਉਂਕਿ ਆਪਣੀ ਹਿਫਾਜ਼ਤ ਆਪ ਹੀ ਕਰਨੀ ਚਾਹੀਦੀ ਹੈ। ਜਿੱਥੇ ਅਸੀਂ ਸੋਸ਼ਲ ਡਿਸਟੈਂਸ ਬਣਾ ਕੇ ਰੱਖਣਾ, ਜਿੱਥੇ ਅਸੀਂ ਮਾਸਕ ਪਾ ਕੇ ਰੱਖਣਾ, ਜਿੱਥੇ ਅਸੀਂ ਵਾਰ-ਵਾਰ ਆਪਣੇ ਹੱਥਾਂ ਨੂੰ ਸਾਫ਼ ਕਰਨਾ ਧੋਣਾ, ਉੱਥੇ ਨਾਲ ਅਸੀਂ ਗਰਮ ਪਾਣੀ ਪੀਂਦੇ ਹਾਂ। ਸਾਰੇ ਅਸੀਂ ਤਰਜੀਹ ਦਿੰਦੇ ਹਾਂ ਕਿ ਜੋ ਹੈਲਥ ਡਿਪਾਰਟਮੈਂਟ ਵੱਲੋਂ ਸਾਨੂੰ ਹਦਾਇਤਾਂ ਦਿੱਤੀਆਂ ਗਈਆਂ ਉਹਦੀ ਪਾਲਣਾ ਕਰੀਏ। ਉਧਰ ਵਿਸਾਖੀ ਮੌਕੇ ਪਾਕਿਸਤਾਨ ਦੇ ਵਿੱਚ ਗੁਰੂ ਧਾਮਾਂ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਦੇ ਵੀਜ਼ੇ ਆ ਚੁੱਕੇ ਨੇ, ਜਿਨ੍ਹਾਂ ਦੇ ਵੀਜ਼ਿਆਂ ਦੇ ਚੱਲਦਿਆਂ ਉਹਨਾਂ ਦੇ ਪਾਸਪੋਰਟ ਉਹਨਾਂ ਨੂੰ ਦਿੱਤੇ ਗਏ। ਇਸ ਮੌਕੇ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਖਾਸ ਤੌਰ ਤੇ ਉੱਤੇ ਪ੍ਰਬੰਧ ਜਿਹੜੇ ਕੀਤੇ ਨੇ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਬਿਨਾਂ ਮੁਸ਼ਕਿਲ ਤੋਂ ਗੁਰੂ ਧਾਮਾਂ ਦੇ ਦਰਸ਼ਨਾਂ ਦੇ ਲਈ ਪਾਕਿਸਤਾਨ ਦੀ ਧਰਤੀ ਦੇ ਉੱਤੇ ਭੇਜਿਆ ਜਾ ਸਕੇ। ਤੇ ਅਸੀਂ ਸੁਲਤਾਨਪੁਰ ਤੋਂ ਇੱਥੇ ਪਾਸਪੋਰਟ ਜਮ੍ਹਾਂ ਕਰਵਾਏ ਸੀ ਅੰਮ੍ਰਿਤਸਰ, ਤੇ ਅਸੀਂ ਪਾਕਿਸਤਾਨ ਜਾਣ ਵਾਸਤੇ ਬੜੇ ਮਨ ਵਿੱਚ ਉਤਸ਼ਾਹ ਸੀਗਾ ਕਿ ਅਸੀਂ ਪਾਕਿਸਤਾਨ ਦੇ ਗੁਰਦੁਆਰੇ ਦੇਖਣ ਵਾਸਤੇ ਜਾਈਏ। ਤੇ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਪਹਿਲੀ ਵਾਰੀ ਹੀ ਪਾਸਪੋਰਟ ਜਮ੍ਹਾਂ ਕਰਵਾਏ ਤੇ ਪਹਿਲੀ ਵਾਰੀ ਹੀ ਵੀਜ਼ੇ ਦੇ ਦਿੱਤੇ। ਤਾਂ ਸਾਨੂੰ ਬਹੁਤ ਹੀ ਮਨ ਵਿੱਚ ਉਤਸ਼ਾਹ ਖੁਸ਼ੀ ਆ ਕਿ ਅਸੀਂ ਪਾਕਿਸਤਾਨ ਜਾ ਰਹੇ ਹਾਂ ਬੜੇ ਵਧੀਆ ਢੰਗ ਨਾਲ। ਬੜੀ ਮਨ ਵਿੱਚ ਖੁਸ਼ੀ ਆ ਕਿ ਅਸੀਂ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਜਾ ਰਹੇ ਹਾਂ। ਸਾਰੇ ਗੁਰਧਾਮਾਂ ਦੇ ਦਰਸ਼ਨ ਹਾਂਜੀ, ਅਸੀਂ ਸਾਰੇ ਗੁਰਧਾਮਾਂ ਦੇ ਦਰਸ਼ਨ ਕਰਕੇ ਆਵਾਂਗੇ ਤੇ ਮਾਲਕ ਚੜ੍ਹਦੀ ਕਲਾ ਵਿੱਚ ਸਾਰੀਆਂ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰੇ ਬਖਸ਼ਿਸ਼ ਕਰਨ। ਮੈਂ ਕਰਮਜੀਤ ਸਿੰਘ ਅਣਖੀ ਤਰਨਤਾਰਨ ਸਾਹਿਬ ਤੋਂ ਆਇਆ ਹਾਂ। ਮੈਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪਾਤਸ਼ਾਹ ਦੀ ਕਿਰਪਾ ਦੇ ਨਾਲ ਗੁਰਦੁਆਰਾ ਨਨਕਾਣਾ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਦਾ ਮੌਕਾ ਮਿਲਣ ਲੱਗਾ ਹੈ। ਅੱਗੇ ਵੀ ਬੜੀ ਵਾਰ ਮਹਾਰਾਜ ਦੇ ਦਰਸ਼ਨ ਕੀਤੇ ਨੇ ਤੇ ਉਸ ਮਹਾਰਾਜ ਦਾ ਕੋਟਨ ਕੋਟ ਧੰਨਵਾਦ ਕਰਨ ਲਈ ਜਾ ਰਹੇ ਹਾਂ। ਸੋਢੀ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਸਦਕਾ ਇਹ ਸਭ ਕੁਝ ਹੋ ਰਿਹਾ ਹੈ। ਮੈਂ ਸੋਢੀ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਕੋਟਨ ਕੋਟ ਪ੍ਰਣਾਮ ਕਰਦਾ ਹਾਂ। ਉਹਨਾਂ ਨੇ ਸਾਨੂੰ ਯਾਤਰਾ ਦਾ ਮੌਕਾ ਦਿੱਤਾ ਹੈ। ਵਿਸਾਖੀ ਵਾਲੇ ਦਿਨ ਖਾਲਸੇ ਸਿਰਜਣਾ ਦਿਵਸ ਦੇ ਸੰਬੰਧ ਵਿੱਚ ਜੋ ਹਰ ਸਾਲ ਜਥਾ ਜਾਂਦਾ ਹੈ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਵਾਸਤੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਹ ਜਥਾ ਜਿਹੜਾ 12 ਅਪ੍ਰੈਲ ਨੂੰ ਜਾਏਗਾ, 21 ਅਪ੍ਰੈਲ ਤੱਕ ਉੱਥੇ ਰਹੇਗਾ ਤੇ ਵਾਪਸ ਯਾਤਰਾ ਕਰਕੇ ਆਏਗਾ। ਪੰਜਾਬੀ ਅਤੇ ਹਿੰਦੀ ਸਿਨੇਮਾ ਜਗਤ ਦੇ ਵਿੱਚ 300 ਤੋਂ ਵੱਧ ਫਿਲਮਾਂ ਦੇ ਨਾਲ ਆਪਣਾ ਯੋਗਦਾਨ ਪਾਉਣ ਵਾਲੇ ਅਤੇ ਆਪਣੀ ਕਲਾਕਾਰੀ ਦੇ ਜ਼ਰੀਏ ਆਮ ਲੋਕਾਂ ਦੇ ਦਿਲਾਂ ਦੇ ਉੱਤੇ ਛੂਹਣ ਵਾਲੇ ਸਤੀਸ਼ ਕੌਲ ਦਾ ਬੀਤੇ ਦਿਨੀ ਲੁਧਿਆਣਾ ਦੇ ਵਿੱਚ ਦੇਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਲੁਧਿਆਣਾ ਦੇ ਵਿੱਚ ਕੀਤਾ ਗਿਆ। ਦੱਸ ਦਈਏ ਕਿ ਉਹਨਾਂ ਨੇ 76 ਸਾਲਾਂ ਦੀ ਉਮਰ ਦੇ ਵਿੱਚ ਆਖਰੀ ਸਾਹ ਲਈ ਸੀ। ਸਤੀਸ਼ ਕੌਲ ਕਰੋਨਾ ਮਹਾਮਾਰੀ ਦੇ ਨਾਲ ਜੂਝ ਰਹੀ ਸੀ, ਜਿਸ ਤੋਂ ਬਾਅਦ ਕਰੋਨਾ ਦੀ ਰਿਪੋਰਟ ਪੋਜ਼ਿਟਿਵ ਹੋਣ ਦੇ ਚੱਲਦੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਰੱਖਿਆ ਗਿਆ ਸੀ, ਜਿਸ ਤੋਂ ਬਾਅਦ ਉਹਨਾਂ ਨੇ ਆਖਰਕਾਰ 76 ਸਾਲਾਂ ਦੀ ਉਮਰ ਦੇ ਵਿੱਚ ਸ਼ਨੀਵਾਰ ਨੂੰ ਆਖਰੀ ਸਾਹ ਲਏ ਨੇ।
ਜਿਸ ਤੋਂ ਬਾਅਦ ਸਤੀਸ਼ ਕੌਲ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਦੇ ਉੱਤੇ ਉਹਨਾਂ ਦੇ ਪੁੱਤਰ ਅਤੇ ਉਹਨਾਂ ਦੀ ਕੇਅਰ ਟੇਕਰ ਮੌਜੂਦ ਰਹੇ ਨੇ। ਦੱਸਦੀ ਕਿ ਸਤੀਸ਼ ਕੌਲ ਦੇ ਅੰਤਿਮ ਸੰਸਕਾਰ ਦੇ ਮੌਕੇ ਦੇ ਉੱਤੇ ਕੋਈ ਵੀ ਫਿਲਮੀ ਅਦਾਕਾਰ ਨਜ਼ਰ ਨਹੀਂ ਆਇਆ। ਮੈਂ ਇਹ ਕਹਿਣਾ ਚਾਹਾਂਗੀ ਕਿ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ ਔਰ ਸਵਰਗਾਂ 'ਚ ਉਹਨਾਂ ਦਾ ਵਾਸਾ ਹੋਵੇ। ਜਿੱਥੇ ਵੀ ਗਏ ਨੇ ਅੱਛੀ ਢੋਈ ਵੀ ਦੇ, ਕਿਉਂਕਿ ਉਹਨਾਂ ਨੇ ਬਹੁਤ ਕੁਝ ਦੇਖਿਆ। ਮੇਰੀ ਪ੍ਰਮਾਤਮਾ ਅੱਗੇ ਹੀ ਪ੍ਰੇਅਰ ਹੈਗੀ ਹੈ ਕਿ ਉਹ ਅੱਛੀ ਜਗ੍ਹਾ ਤੇ ਜਾਣ ਔਰ ਅੱਛੀ ਜਗ੍ਹਾ ਤੇ ਨਾਲ ਕਿੰਨੇ ਸਮੇਂ ਤੋਂ ਤੁਸੀਂ ਰਹਿ ਰਹੇ ਹੋ? 8 ਸਾਲ ਹੋ ਗਏ ਸੀ। 8 ਸਾਲ ਹੋ ਗਏ ਤੁਹਾਡੇ ਕੋਲ? 8 ਸਾਲ ਤੋਂ ਬਿਮਾਰੀ ਚੱਲ ਰਹੀ ਸੀ? ਹਾਂਜੀ, ਬਿਮਾਰ ਚੱਲ ਰਹੇ ਸੀ। ਤੇ ਫਿਲਮ ਇੰਡਸਟਰੀ 'ਚ ਕੋਈ ਤੁਹਾਡੇ ਕੋਈ ਆਏ ਨੇ ਜਾਂ ਫਿਲਮ ਇੰਡਸਟਰੀ 'ਚ ਕੋਈ ਨਹੀਂ ਆਇਆ, ਕਿਸੇ ਦਾ ਫੋਨ ਆਇਆ ਹੋਵੇ? ਕਿਸੇ ਦਾ ਫੋਨ ਨਹੀਂ ਆਇਆ। ਮੈਡਮ ਕੀ ਕਹਿਣਾ ਜੀ ਦਾ ਔਰ ਉਹਨਾਂ ਦਾ ਆਇਆ ਸੀ ਸਾਹਮਣਾ ਕੱਟ ਤੇ ਕੋਈ ਸਰਕਾਰ ਵੱਲੋਂ ਕੋਈ ਤੁਹਾਡੇ ਕੋਲ ਮਿਲਿਆ ਕੁਝ? ਨਹੀਂ ਕੁਝ ਨਹੀਂ ਮਿਲਿਆ। ਫਿਲਮ ਇੰਡਸਟਰੀ ਵੱਲੋਂ ਵੀ ਕੁਝ ਮਿਲਿਆ? ਨਹੀਂ ਜੀ। ਤੇ ਲੰਬੇ ਸਮੇਂ ਤੋਂ ਤੁਸੀਂ ਇਹਨਾਂ ਨਾਲ ਜੁੜੇ ਸੀ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਉਹਨਾਂ ਨੂੰ ਮੂੰਹ ਤੇ ਬੁਲਾ ਬਸ ਕੁਛ ਨਹੀਂ, ਮੈਂ ਕੀ ਕਹਿਣਾ ਚਾਹੁੰਦੀ ਹਾਂ, ਬਸ ਜੋ ਵੀ ਹੋ ਗਿਆ ਉਹ ਠੀਕ ਹੋ ਗਿਆ ਬਸ। ਮੈਡਮ ਸਰਕਾਰ ਤੋਂ ਕੋਈ ਨਾਰਾਜ਼ਗੀ ਤੁਹਾਨੂੰ ਜਾਂ ਕਿਸੇ ਨਹੀਂ, ਕੋਈ ਨਾਰਾਜ਼ਗੀ ਨਹੀਂ ਆਪਾਂ ਨੂੰ ਸਰਕਾਰ ਵੱਲੋਂ, ਕਿਉਂਕਿ ਸਰਕਾਰ ਖੁਦ ਆਪਣਾ ਬਿਜ਼ੀ ਹੈ। ਉਹ ਖੁਦ ਬਿਜ਼ੀ ਰਹਿੰਦੇ ਹੈਗੇ ਨੇ। ਉਹਨਾਂ ਕੋਲ ਇੱਕ ਕੰਮ ਤਾਂ ਹੈ ਨਹੀਂ, ਹਜ਼ਾਰਾਂ ਕੰਮ ਨੇ। ਅਸੀਂ ਉਹਨਾਂ ਨਾਲ ਕਿਉਂ ਕਵਾਂਗੇ? ਉਹਨਾਂ ਨੇ ਇੰਨੀ ਦੁਨੀਆ, ਇੰਨੀ ਪਬਲਿਕ ਨੂੰ ਸੰਭਾਲਿਆ ਹੋਇਆ, ਇੰਨੇ ਕੰਮ ਨੇ ਉਹਨਾਂ ਦੇ। ਸਰਕਾਰ ਵੱਲੋਂ ਕੱਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਵੱਲੋਂ। ਕੋਈ ਆਰਥਿਕ ਮਦਦ ਭੇਜੀ ਹੈ ਜੀ ਸਤੀਸ਼ ਕੌਲ ਜੀ ਵਾਸਤੇ, ਜੋ ਉਹਨਾਂ ਦਾ ਬਿੱਲ ਜਿਹੜੇ ਹਸਪਤਾਲ ਦੇ ਆ? ਨਹੀਂ, ਕੋਈ ਨਹੀਂ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਫਿਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।